ਰਾਤੀ 3 ਵਜੇ ਬੀਵੀ ਦੀ ਕਾਲ ਆਈ ਤੇ ਰੋਣ ਲੱਗੀ। ਉਸ ਟਾਈਮ ਪਾਕਿਸਤਾਨ ਦੇ 6 ਹੋਏ ਸੀ। ਮੈਂ ਉਹਨੂੰ ਪੁੱਛਿਆ ਕਿ ਕੀ ਹੋ ਗਈ, ਕਿਉਂ ਰੋਣ ਲੱਗੀ ਹੈ। ਮੈਂ ਘਬਰਾ ਗਿਆ, ਕਿਧਰੇ ਅਮੀਰਾਂ ਦੀ ਤਬੀਅਤ ਤਾਂ ਨਹੀਂ ਖਰਾਬ ਹੋ ਗਈ। ਕਹਿੰਦੀ ਆ ਨਹੀਂ, ਜਿੱਥੇ ਮੈਂ ਸ਼ਾਦੀ ਤੇ ਆਈ ਸਾਂ ਰਾਤੀ ਕਿਸੇ ਨੇ ਮੇਰਾ ਜ਼ੇਵਰ ਚੋਰੀ ਕਰ ਲਿਆ। ਨਾ ਮੇਰੇ ਹੱਥਾਂ 'ਚ ਚੂੜੀਆਂ ਨੇ, ਮੇਰੇ ਕੰਨਾਂ 'ਚ ਬਾਲੀਆਂ ਸੀ, ਲਾਕਟ ਸੀ। ਉਸ ਤੋਂ ਬਾਅਦ ਮੇਰਾ ਪਰਸ ਆਇਆ, ਸਾਰਾ ਕੁਝ ਚੋਰੀ ਕਰਕੇ ਲੈ ਗਿਆ। ਹੋਰ ਕਿਸੇ ਬੰਦੇ ਦੀ ਚੋਰੀ ਨਹੀਂ ਹੋਈ, ਸਿਰਫ ਮੇਰੀ ਚੋਰੀ ਹੋਈ ਹੈ। ਕਹਿੰਦਾ ਮੈਂ ਕਿਹਾ ਇਹ ਕਿਸ ਤਰ੍ਹਾਂ ਹੋ ਸਕਦਾ, ਤੂੰ ਪੁੱਛਿਆ ਨਹੀਂ ਹਾਲਾਰਾਂ ਕੋਲੋਂ? ਕਹਿੰਦੀ ਹੈ ਮੈਂ ਪੁੱਛਿਆ, ਲੇਕਿਨ ਉਹ ਆਂਦੇ ਨੇ ਸਾਨੂੰ ਕੋਈ ਨਹੀਂ ਪਤਾ। ਕਹਿੰਦਾ ਅੱਗੋਂ ਮੈਂ ਅਮੀਰਾਂ ਨੂੰ ਕਾਲ ਕੀਤੀ, ਮੈਂ ਅਮੀਰਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਜ਼ੇਵਰ ਚੋਰੀ ਹੋ ਗਿਆ। ਅਮੀਰੀ ਵੀ ਅੱਗੋਂ ਰੋਣ ਲੱਗ ਪਏ। ਉਹਨਾਂ ਆਖਿਆ ਪੁੱਤਰ ਉਹ ਤੇ ਮੇਰੀਆਂ ਚੂੜੀਆਂ ਪਾ ਕੇ ਗਈ ਹੈ, ਤਕਰੀਬਨ 4.5 ਤੋਲੇ ਦੀਆਂ, ਨਾਲੇ ਲਾਕੜ ਵੀ ਜਿਹੜਾ ਉਹਨੇ ਮੇਰਾ ਪਾਇਆ 1.5 ਤੋਲੇ ਦਾ, ਸਾਰਾ ਕੁਝ ਚੋਰੀ ਹੋ ਗਿਆ। ਕਹਿੰਦਾ ਜੇ ਅਮੀ ਉਹ ਤੇ ਇਹੀ ਗੱਲ ਪਈ ਦੱਸਦੀ ਆਨੇ ਹਾਲਾ ਪੁੱਤਰ ਮੈਨੂੰ ਫਟਾਫਟ ਕਿਸੇ ਨੂੰ ਆਖ ਤੇ ਗੱਡੀ ਕਰਾ ਕੇ ਦੇ, ਮੈਂ ਉੱਥੇ ਜਾ ਕੇ ਪਤਾ ਕਰਾਂ। ਕਹਿੰਦਾ ਮੈਂ ਗੱਡੀ ਕਰਾ ਕੇ ਦਿੱਤੀ। ਅਮੀਰੀ ਵੀ ਉੱਥੇ ਪਹੁੰਚ ਗਏ। ਮੈਂ ਫੇਰ ਕਾਲ ਕੀਤੀ ਤੇ ਕਹਿੰਦਾ ਅੱਗੋਂ ਜਨਾਨੀ ਮੇਰੀ ਆਂਦੀ ਹੈ ਮੈਨੂੰ 100% ਯਕੀਨ ਹੈ ਇਹਨਾਂ ਦਾ ਮੁੰਡਾ ਜਿਹਦੀ ਸ਼ਾਦੀ ਹੈ ਉਹਨੇ ਚੋਰੀ ਕੀਤੀ ਹੈ। ਇਹ ਨਸ਼ਾ ਵੀ ਕਰਦਾ, ਚਰਸ ਪੀਂਦਾ, ਸਿਗਰਟ ਪੀਂਦਾ, ਇਸ ਵਜ੍ਹਾ ਤੋਂ ਇਹ ਹੀ ਚੋਰੀ ਕਰਕੇ ਲੈ ਕੇ ਗਿਆ। ਕਹਿੰਦਾ ਮੈਂ ਕਿਹਾ ਮੇਰੀ ਗੱਲ ਕਰਾ ਹਾਂ ਜ਼ਰਾ ਹਾਲਾਰਾਂ ਨਾਲ। ਕਹਿੰਦਾ ਜਿਸ ਵੇਲੇ ਮੈਂ ਹਾਲਾਰਾਂ ਨਾਲ ਗੱਲ ਕੀਤੀ ਮੈਂ ਉਹਨਾਂ ਨੂੰ ਆਖਿਆ ਹਾਲਾ ਜੀ ਤੁਹਾਡੇ ਘਰੋਂ ਚੋਰੀ ਹੋਈ ਹੈ, ਹੁਣ ਤੁਸੀਂ ਬਰਾਮਦ ਕਰਕੇ ਦਿਓ। ਉਹਨਾਂ ਆਖਿਆ ਪੁੱਤਰ ਸਾਡੇ ਘਰ ਤੇ ਕੋਈ ਚੋਰ ਹੈ ਹੀ ਕੋਈ ਨਹੀਂ, ਸਾਰੇ ਆਪਣੇ ਬੰਦੇ। ਉਹਨਾਂ ਆਖਿਆ ਹਾਲਾ ਜੀ ਕੋਈ ਨਾ ਕੋਈ ਤੇ ਹੈ ਵਾ। ਕਹਿੰਦਾ ਮੈਂ ਅੱਗੋਂ ਆਖਿਆ ਕਿ ਜਨਾਨੀ ਮੇਰੀ ਆਖਦੀ ਹੈ ਕਿ ਤੁਹਾਡੇ ਮੁੰਡੇ ਨੇ ਚੋਰੀ ਕੀਤਾ। ਇੱਕ ਵਾਰੀ ਉਹ ਆਂਦੀ ਹੈ ਮੇਰੀ ਅੱਖ ਖੁੱਲੀ ਹੈ। ਕਹਿੰਦਾ ਮੈਂ ਉਂਝ ਝੂਠ ਮਾਰ ਕੇ ਆਖ ਦਿੱਤਾ। ਕਹਿੰਦਾ ਅੱਗੋਂ ਉਹ ਆਪਣੇ ਮੁੰਡੇ ਕੋਲ ਪੁੱਛਣ ਲੱਗ ਪਏ ਕਿ ਪੁੱਤਰ ਤੂੰ ਇਹ ਕੰਮ ਕੀਤਾ? ਉਹ ਆਂਦਾ ਅੰਮੀ ਮੈਂ ਕਿਉਂ ਕਰਨਾ, ਮੇਰੀ ਤੇ ਅੱਜ ਸ਼ਾਦੀ ਹੈ, ਮੈਂ ਅੱਗੇ ਕਦੇ ਚੋਰੀ ਕੀਤੀ ਹੈ? ਉਂਝ ਮੈਂ ਸਿਗਰਟ ਪੀਣਾ, ਹੋਰ ਮੈਂ ਚੋਰੀ ਨਹੀਂ ਕਰਦਾ ਹੈ ਵੀ। ਉਹਨਾਂ ਆਖਿਆ ਨਾ ਫੇਰ ਵੀ ਪੁੱਤਰ ਤੂੰ ਦੱਸ। ਅੱਗੋਂ ਮੁੰਡੇ ਦਾ ਪਿਓ ਵੀ ਉੱਥੇ ਸੀ, ਮੁੰਡੇ ਨੂੰ ਕਮਰੇ 'ਚ ਲੈ ਗਿਆ, ਜਾ ਕੇ ਪੁੱਛਣ ਲੱਗ ਪਿਆ ਪੁੱਤਰ ਸਾਡੀ ਬੇਇੱਜ਼ਤੀ ਹੁੰਦੀ ਹੈ ਵੀ ਹੁਣ ਤੇਰੀ ਬਰਾਤ ਲੈ ਕੇ ਜਾਣਾ ਤੇ ਤੂੰ ਦੱਸ ਦੇ। ਉਹਨੇ ਆਖਿਆ ਅੱਬੂ ਮੈਨੂੰ ਨਹੀਂ ਪਤਾ। ਉਹਦੇ ਅੱਬੇ ਨੂੰ ਗੁੱਸਾ ਆ ਗਿਆ, ਉਹਨੇ ਕੁੱਟਣਾ ਸ਼ੁਰੂ ਕਰਤਾ, ਚੰਗਾ ਬਣਾ ਕੇ ਉਹਨੂੰ ਕੁੱਟਿਆ। ਉਹ ਫੇਰ ਵੀ ਮੁੰਡਾ ਆਂਦਾ ਸੀ ਕਿ ਮੈਂ ਚੋਰੀ ਨਹੀਂ ਕੀਤੀ। ਬਰਾਤ ਸਾਰੀ ਘਰ ਬੈਠੀ। ਉਹਨਾਂ ਜਨਾਬ ਕੁੜੀ ਵਾਲਿਆਂ ਨੂੰ ਫੋਨ ਕੀਤਾ, ਉਹਨਾਂ ਆਖਿਆ ਜੀ ਅਸੀਂ ਸ਼ਾਦੀ ਕੋਈ ਨਹੀਂ ਕਰਨੀ, ਸ਼ਾਦੀ ਜਿਹੜੀ ਹੈ ਉਹ ਕੈਂਸਲ ਹੋ ਗਈ। ਉਹ ਵੀ ਬੜੇ ਪਰੇਸ਼ਾਨ ਸੀ ਵਿਚਾਰੇ, ਜ਼ਾਹਿਰੀ ਗੱਲ ਹੈ ਉਹ ਕੁੜੀ ਦੁਲਹਨ ਬਣ ਕੇ ਬੈਠੀ ਸੀ। ਉਹਨਾਂ ਸ਼ਾਦੀ ਤੋਂ ਜਿਸ ਵੇਲੇ ਇਨਕਾਰ ਕਰਦਾ ਮੈਂ ਕਿਹਾ ਚਲੋ ਜੋ ਵੀ ਹੋ ਗਿਆ, ਲੇਕਿਨ ਸਾਡਾ ਤੇ ਹੁਣ ਜ਼ੇਵਰ ਪੂਰਾ ਕਰਕੇ ਦਿਓ ਨਾ ਜਿਸ ਤਰ੍ਹਾਂ ਮਰਜ਼ੀ। ਉਹਨਾਂ ਆਖਿਆ ਸਾਨੂੰ ਨਹੀਂ ਪਤਾ, ਤੁਸੀਂ ਅਗਰ ਪੁਲਿਸ ਨੂੰ ਇਤਲਾਹ ਦੇਣੀ ਹੈ ਤੇ ਤੁਸੀਂ ਦੇ ਲਓ। ਅੱਗੋਂ ਸਾਰਿਆਂ ਸਲਾਹ ਕੀਤੀ। ਉਹਨਾਂ ਆਖਿਆ ਨਹੀਂ ਇਹ ਨਹੀਂ ਕਰਨਾ, ਅਸੀਂ ਕੰਮ ਜਿਹੜਾ ਨਾ ਕਿਸੇ ਨੂੰ ਬਾਹਰ ਨਹੀਂ ਦੱਸਣਾ, ਕਿਉਂਕਿ ਅਗਰ ਸਾਡੇ ਖਾਨਦਾਨ ਦੀ ਬੇਇੱਜ਼ਤੀ ਹੋਵੇਗੀ। ਤੁਸੀਂ ਅੰਦਰ 'ਚ ਜਿਹੜੀ ਗੱਲ ਮਕਾਣੀ ਹੈ ਮਕਾ ਲਓ। ਕਹਿੰਦਾ ਸਾਰੇ ਗੱਲਬਾਤ ਕਰਨ ਲੱਗ ਪਏ, ਲੇਕਿਨ ਜਿਹੜਾ ਨਾ ਕੋਨਾ ਪਤਾ ਲੱਗਾ। ਕਹਿੰਦਾ ਸਾਰਾ ਖਾਨਦਾਨ ਉੱਠ ਕੇ ਟੁਰ ਗਿਆ। ਉਹਨਾਂ ਆਖਿਆ ਥੋੜਾ ਟਾਈਮ ਦਿਓ ਨੇ ਸੋਚਣ ਦਾ, ਆਪੇ ਪਤਾ ਕਰ ਲੈਂਦੇ ਨੇ, ਇਹਨਾਂ ਦੇ ਮੁੰਡੇ ਕੋਲ ਹੀ ਹੋਣਾ। ਕਹਿੰਦਾ ਸਾਰੇ ਇਸ ਗੱਲ ਤੇ ਪੱਕੇ ਹੋ ਗਏ ਸੀ। ਉਹਨਾਂ ਆਖਿਆ ਠੀਕ ਹੈ ਸਾਨੂੰ ਥੋੜਾ ਟਾਈਮ ਦਿਓ। ਕਹਿੰਦਾ ਕਰਦਿਆਂ ਕਰਾਇਆ ਤਕਰੀਬਨ 2 ਹਫ਼ਤੇ ਗੁਜ਼ਰ ਗਏ। ਮੈਂ ਵੀ ਪਾਕਿਸਤਾਨ ਆ ਗਏ ਆਸਾਂ। ਕਹਿੰਦਾ ਜਿਸ ਵੇਲੇ ਪਾਕਿਸਤਾਨ ਆਇਆ ਤੇ ਆ ਕੇ ਮੈਂ ਵੀ ਉਹਨਾਂ ਦੇ ਘਰ ਗਿਆ। ਹਾਲਾ ਜੀ ਕੋ ਪਤਾ ਕੀਤਾ ਜੇ, ਕਹਿੰਦਾ ਪੈਸੇ ਢੇਰ ਬਣਦੇ ਸੀ, ਅਮੀਰੀ ਵੱਖਰੇ ਪਰੇਸ਼ਾਨ ਸੀ ਕਿ ਇਤਨਾ ਜ਼ੇਵਰ ਜਾਂਦਾ ਰਿਹਾ। ਜਨਾਨੀ ਮੇਰੀ ਜਿਹੜੀ ਆ ਵੱਖਰੀ ਬਿਮਾਰ ਹੋਈ ਕਿ ਮੇਰਾ ਜ਼ੇਵਰ ਕਿੱਧਰ ਗਿਆ। ਕਹਿੰਦਾ ਪਰ ਉਹ ਆਖਣ ਕਿ ਪੁੱਤਰ ਸਾਨੂੰ ਨਹੀਂ ਪਤਾ, ਮੁੰਡਾ ਸਾਡਾ ਤੇ ਇਸ ਗੱਲ ਨੂੰ ਮੰਨਣ ਨੂੰ ਤਿਆਰ ਹੀ ਨਹੀਂ। ਉਹ ਕਹਿੰਦਾ ਮੇਰੇ ਕੋਲ ਕੁਰਾਨ ਤੇ ਹੱਥ ਰਖਾ ਲਓ, ਮੈਂ ਚੋਰੀ ਜ਼ਿੰਦਗੀ 'ਚ ਕਦੇ ਨਹੀਂ ਕੀਤੀ। ਕਹਿੰਦਾ ਲੇਕਿਨ ਅਸੀਂ ਆਖਿਆ ਕਿ ਸਾਨੂੰ ਨਹੀਂ ਪਤਾ ਤੁਹਾਡੇ ਘਰੋਂ ਜ਼ੇਵਰ ਚੋਰੀ ਹੋਇਆ, ਸਾਨੂੰ ਤੇ ਜ਼ੇਵਰ ਚਾਹੀਦਾ। ਉਹਨਾਂ ਆਖਿਆ ਅੱਛਾ ਚਲੋ ਸਹੀ ਹੈ, ਜੇ ਤੁਹਾਨੂੰ ਚਾਹੀਦਾ ਦੱਸੋ ਕਿੰਨੇ ਪੈਸਿਆਂ ਦਾ ਜ਼ੇਵਰ ਸੀ। ਉਹਨਾਂ ਆਖਿਆ ਜੀ ਇਤਨੇ ਪੈਸੇ। ਉਹਨਾਂ ਆਖਿਆ ਠੀਕ ਹੈ, ਜਿਹੜੀ ਤੁਹਾਡੀ ਜ਼ਮੀਨ ਨਾਲ ਸਾਡੀ ਜ਼ਮੀਨ ਲੱਗਦੀ ਹੈ ਨਾ ਉਹਦਾ ਰੇਟ ਲਵਾ ਲਓ, ਜਿਤਨੇ ਵੀ ਬਣਦੇ ਉਤਨੀ ਤੁਸੀਂ ਜ਼ਮੀਨ ਲੈ ਲਓ। ਕਹਿੰਦਾ ਅਸਾਂ ਫਟੋਫਟ ਆਖਿਆ ਚਲੋ ਸਹੀ ਹੈ, ਹੋਰ ਤੇ ਇਹਨਾਂ ਕੋਲੋਂ ਪੈਸੇ ਕੋਈ ਨਹੀਂ ਲੱਭਣੇ, ਚਲੋ ਜ਼ਮੀਨ ਹੀ ਲੈ ਲਵੀਏ। ਕਹਿੰਦਾ ਜਨਾਨੀ ਨੂੰ ਮੈਂ ਦੱਸਿਆ, ਉਹ ਵੀ ਖੁਸ਼ ਹੋ ਗਈ। ਅੱਗੋਂ ਕਹਿੰਦੀ ਹੈ ਜ਼ਮੀਨ ਵੇਚ ਕੇ ਮੈਨੂੰ ਜ਼ੇਵਰ ਹੀ ਲੈ ਕੇ ਦੇਣਾ ਜੇ, ਉਂਝ ਮੈਂ ਨਹੀਂ ਤੁਹਾਨੂੰ ਜਿਹੜਾ ਨਾ ਇਸ ਤਰ੍ਹਾਂ ਪੈਸੇ ਇਸਤੇਮਾਲ ਕਰਨ ਦੇਣੀ, ਨਾ ਜ਼ਮੀਨ ਪਈ। ਉਹਨੇ ਆਖਿਆ ਹਾਲਾ ਸਹੀ ਹੈ, ਜਿਸ ਤਰ੍ਹਾਂ ਤੂੰ ਆਖੇਂਗੀ ਉਂਝ ਹੀ ਹੋਵੇਗਾ। ਕਹਿੰਦਾ ਅੱਗੋਂ ਜਿਹੜਾ ਉਹਨਾਂ ਨੇ ਆਖਿਆ ਠੀਕ ਹੈ ਜੀ। ਜ਼ਮੀਨ ਵੀ ਕਹਿੰਦਾ ਉਹਨਾਂ ਸਾਡੇ ਨਾਂ ਲਵਾ ਦਿੱਤੀ। ਕਹਿੰਦਾ ਸਾਰੇ ਖਾਨਦਾਨ 'ਚ ਇਹ ਪਤਾ ਲੱਗਾ ਕਿ ਇਹਨਾਂ ਦਾ ਮੁੰਡਾ ਚੋਰ ਹੈ। ਕਹਿੰਦਾ ਮੁੰਡਾ ਜਿਹੜਾ ਉਹ ਚਰਸ ਸ਼ੁਰੂ ਅੱਗੇ ਹੀ ਪੀਂਦਾ ਸੀ, ਬਦਨਾਮ ਢੇਰ ਹੋ ਗਏ ਅਸੀਂ। ਕਹਿੰਦਾ ਇਸ ਤਰ੍ਹਾਂ ਕਰਦਿਆਂ ਜਿਹੜਾ ਅਸੀਂ ਆਪਣੇ ਘਰ ਤੇ ਠੀਕ ਹੋ ਗਏ, ਮੈਂ ਵਾਪਸ ਆ ਗਏ ਅਸਾਂ। ਕਹਿੰਦਾ ਅੱਗੋਂ ਇਸ ਤਰ੍ਹਾਂ ਹੋਇਆ ਤਕਰੀਬਨ 6 ਕੁ ਮਹੀਨੇ ਗੁਜ਼ਰੇ ਨੇ ਤੇ ਜਨਾਨੀ ਮੇਰੀ ਦੀ ਭੈਣ ਦੀ ਸ਼ਾਦੀ ਸੀ। ਕਹਿੰਦਾ ਜਿਸ ਵੇਲੇ ਸ਼ਾਦੀ ਪੂਰੀ ਅਰੂਜ ਤੇ ਆਈ ਤੇ ਉਹਨਾਂ ਜਿਹੜਾ ਆਪਣੀ ਕੁੜੀ ਨੂੰ ਠੀਕ ਠਾਕ ਜ਼ੇਵਰ ਪਾਇਆ, ਲੇਕਿਨ ਕਹਿੰਦਾ ਅਸੀਂ ਵੀ ਨਾਲ ਹੀ ਸਾਂ, ਜ਼ਾਹਿਰੀ ਗੱਲ ਆ ਸਪੋਰਟ ਤੇ ਅਸੀਂ ਵੀ ਕੀਤੀ ਸੀ। ਕਹਿੰਦਾ ਸਾਨੂੰ ਨਹੀਂ ਸੀ ਪਤਾ ਉਹਦੀ ਇਹ ਬਾਰਾਤ ਆਵਣੀ ਸੀ ਤੇ ਕਹਿੰਦਾ ਉੱਤੇ ਸਾਰੀਆਂ ਫੈਮਲੀਆਂ ਤਿਆਰ ਹੋ ਕੇ ਹੋਟਲ 'ਚ ਪਹੁੰਚੀਆਂ ਸੀ। ਕਹਿੰਦਾ ਇਤਨੀ ਦੇਰ ਨੂੰ ਪੁਲਿਸ ਆ ਗਈ ਹੈ। ਕਹਿੰਦਾ ਜਿਸ ਵੇਲੇ ਪੁਲਿਸ ਆਈ ਅਸੀਂ ਤੱਕ ਕੇ ਪਰੇਸ਼ਾਨ ਹੋ ਗਏ ਕਿ ਪੁਲਿਸ ਇੱਥੋਂ ਕਿੱਥੋਂ ਆ ਗਈ ਹੈ। ਉਹ ਪੁਲਿਸ ਆਂਦੀ ਹੈ ਕਿ ਅਸੀਂ ਇਨਕੁਆਇਰੀ ਕਰਨੀ ਹੈ। ਕਹਿੰਦਾ ਕਿਸ ਚੀਜ਼ ਦੀ ਤੁਸੀਂ ਇਨਕੁਆਇਰੀ ਕਰਨੀ ਹੈ? ਉਹਨਾਂ ਆਖਿਆ
आख्या जी ਜਿਹੜਾ ਤੁਹਾਡਾ ਜ਼ੇਵਰ ਪਿਛਲੀ ਸ਼ਾਦੀ ਤੇ ਗੁੰਮ ਹੋਇਆ ਸੀ ਉਸ ਬਾਰੇ ਚ ਅਸੀਂ ਜਿਹੜਾ ਇਨਕੁਆਇਰੀ ਕਰਨ ਆਖਿਆ ਪਿਛਲੀ ਸ਼ਾਦੀ ਚ ਜਿਹੜਾ ਜ਼ੇਵਰ ਗੁੰਮ ਹੋਇਆ ਤੁਸੀਂ ਇੱਥੇ ਕਿਉਂ ਆਏ ਹੋ ਉਹਨਾਂ ਆਖਿਆ ਆਪੇ ਸਾਰਾ ਪਤਾ ਲੱਗ ਜਾਏਗਾ ਇੱਕ ਵਾਰੀ ਸਾਨੂੰ ਇਨਕੁਆਇਰੀ ਕਰ ਲੈਣ ਦਿਓ ਕਹਿੰਦਾ ਉਹਨਾਂ ਆਖਿਆ ਜੀ ਚਲੋ ਸਹੀ ਹੈ ਤੁਸੀਂ ਇਨਕੁਆਇਰੀ ਕਰ ਲਓ ਕਹਿੰਦਾ ਇਤਨੀ ਦੇਰ ਨੂੰ ਉਹ ਮੁੰਡਾ ਜਿਹੜਾ ਜਿਹਦੇ ਤੇ ਇਲਜ਼ਾਮ ਲੱਗਿਆ ਸੀ ਚਰਸ ਪੀਂਦਾ ਸੀ ਉਹ ਵੀ ਨਾਲ ਹੀ ਸੀ ਉਹਦਾ ਪਿਓ ਵੀ ਨਾਲ ਹੀ ਸੀ ਕਹਿੰਦਾ ਜਿਸ ਵੇਲੇ ਆਏ ਤੇ ਮੈਂ ਉਹਨਾਂ ਨੂੰ ਆਖਿਆ ਚਾਚਾ ਜੀ ਇਹ ਕਿਹੜਾ ਕੰਮ ਕੀਤਾ ਜੇ ਇਹਨੂੰ ਫੇਰ ਨਾਲ ਲੈਣ ਦਾ ਜੇ ਸਾਨੂੰ ਬਦਨਾਮ ਕਰਨ ਵਾਸਤੇ ਉਹਨਾਂ ਆਖਿਆ ਪੁੱਤਰ ਅਸੀਂ ਤੁਹਾਨੂੰ ਬਦਨਾਮ ਨਹੀਂ ਕਰਨਾ ਜਿਹੜੀ ਸਾਡੇ ਤੇ ਬਦਨਾਮੀ ਲੱਗੀ ਹੈ ਨਾ ਉਹਨੂੰ ਕਲੀਅਰ ਕਰਨ ਵਾਸਤੇ ਆਏ ਆ ਕਿਉਂਕਿ ਇਹ ਬਦਨਾਮੀ ਅਗਰ ਕਲੀਅਰ ਨਾ ਹੋਈ ਤਾਂ ਸਾਰਾ ਖਾਨਦਾਨ ਸਾਨੂੰ ਚੋਰ ਸਮਝੇਗਾ ਇਸ ਵਾਸਤੇ ਅਸੀਂ ਇਹ ਕਲੀਅਰ ਕਰਕੇ ਜਾਣਾ ਹੈ ਕਹਿੰਦਾ ਮੈਂ ਆਪੂ ਤੱਕਣ ਲੱਗ ਪਿਆ ਉਹਨਾਂ ਦੇ ਮੂੰਹ ਵੱਲ ਆਖਿਆ ਤੁਹਾਨੂੰ ਸ਼ੱਕ ਕਿਸ ਤਰ੍ਹਾਂ ਉਹਨਾਂ ਆਖਿਆ ਪੁੱਤਰ ਆਪੇ ਪਤਾ ਲੱਗ ਜਾਂਦਾ ਕਹਿੰਦਾ ਜਿਹੜੀ ਕੁੜੀ ਉਹਦੀ ਭੈਣ ਸੀ ਨਾ ਉਹਦੇ ਮਾਪਿਓ ਨੂੰ ਉਹਦੇ ਭਰਾ ਨੂੰ ਲੈ ਗਈ ਪੁਲਿਸ ਸਾਈਡ ਤੇ ਉਹਨਾਂ ਜਾ ਕੇ ਇਨਕੁਆਇਰੀ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਆਖਿਆ ਜੀ ਦੱਸੋ ਕਿ ਤੁਹਾਨੂੰ ਪਤਾ ਕੋਈ ਜ਼ੇਵਰ ਜਿਹੜਾ ਪਹਿਲਾਂ ਚੋਰੀ ਹੋਇਆ ਸੀ ਉਹਨਾਂ ਆਖਿਆ ਜੀ ਸਾਨੂੰ ਕਿੱਥੋਂ ਪਤਾ ਹੋਣਾ ਅਸੀਂ ਕਿਹੜਾ ਉਸ ਸ਼ਾਦੀ ਤੇ ਗਏ ਸਾਂ ਸਾਨੂੰ ਇਸ ਬਾਰੇ 'ਚ ਕੋਈ ਪਤਾ ਨਹੀਂ ਉਹਨਾਂ ਆਖਿਆ ਤੁਹਾਨੂੰ ਕਿਉਂ ਨਹੀਂ ਪਤਾ ਸਾਡੇ ਕੋਲ ਸਬੂਤ ਨੇ ਉਹਨਾਂ ਆਖਿਆ ਤੁਹਾਡੇ ਕੋਲ ਕਿਹੜੇ ਸਬੂਤ ਨੇ ਉਹਨਾਂ ਆਖਿਆ ਤੁਹਾਡੇ ਮੁੰਡੇ ਨੂੰ ਅਸੀਂ ਅੱਗੇ ਲਾ ਕੇ ਆਪਣੇ ਨਾਲ ਖੜਨ ਲਿਆ ਉਹਨਾਂ ਆਖਿਆ ਇਹ ਕੰਮ ਨਾ ਕਰੋ ਲੋਕ ਆਵਣ ਲੱਗੇ ਨੇ ਸਾਡੀ ਬਦਨਾਮੀ ਹੋਵੇਗੀ ਕਹਿੰਦਾ ਅੱਗੂ ਜਿਹੜਾ ਜਿਨ੍ਹਾਂ ਦਾ ਮੁੰਡਾ ਚਰਸ ਪੀਂਦਾ ਉਹਨਾਂ ਦੀਆਂ ਮਿੰਨਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਚਲੋ ਰਫਾ ਦਫਾ ਕਰੋ ਗੱਲ ਨੂੰ ਤੇ ਚਲੋ ਹੁਣ ਹੀ ਮੁਕਾ ਦਿਓ ਉਹਨੇ ਆਖਿਆ ਮਕਾਣੀ ਤੇ ਗੱਲ ਹੈ ਹੀ ਨਹੀਂ ਹੁਣ ਤੇ ਗੱਲ ਦਾ ਫੈਸਲਾ ਹੋਣਾ ਹੈ ਅਗਰ ਇਹ ਮੁੰਡਾ ਤੁਹਾਡਾ ਚੋਰ ਨਹੀਂ ਹੈ ਤੇ ਆਪੇ ਸਾਰੀ ਗੱਲ ਪਤਾ ਲੱਗ ਜਾਏਗੀ ਕਿਉਂਕਿ ਸਾਡੇ ਤੇ ਬਦਨਾਮੀ ਲੱਗੀ ਹੈ ਸਾਡਾ ਵੀ ਹੱਕ ਬਣਦਾ ਤੇ ਤੋੜ ਪਹੁੰਚਣਾ ਉਹ ਕਹਿੰਦਾ ਉਹ ਕਿਸੇ ਗੱਲ ਤੇ ਹੀ ਨਾ ਆਉਣ ਪੁਲਿਸ ਜਿਹੜੀ ਹੈ ਕਹਿੰਦਾ ਮੇਰੀ ਜਨਾਨੀ ਦੇ ਭਰਾ ਨੂੰ ਜਿਹੜਾ ਉਹ ਫੜ ਕੇ ਲੈ ਗਈ ਕਹਿੰਦਾ ਜਿਸ ਵੇਲੇ ਫੜ ਕੇ ਖੜੀ ਉਹਨੇ ਤੇ ਉੱਥੇ ਜਾ ਕੇ ਉਹਨਾਂ ਜਿਸ ਵੇਲੇ ਇਨਕੁਆਇਰੀ ਸ਼ੁਰੂ ਕੀਤੀ ਅਸੀਂ ਬੜੇ ਪਰੇਸ਼ਾਨ ਸਾਂ ਸ਼ਾਦੀ ਜਿਹੜੀ ਹੈ ਕਹਿੰਦਾ ਇਹਦੀ ਭੈਣ ਦੀ ਉੱਥੇ ਹੀ ਰੁਕ ਗਈ ਉਹ ਜਿਹੜੇ ਬੰਦੇ ਸੀ ਉਹ ਆਏ ਸੀ ਕਾਰ ਕੇ ਚਲੋ ਨਿਕਾਹ ਕਰੋ ਲੇਕਿਨ ਉਹ ਅੱਗੂ ਆਪੂ ਪਰੇਸ਼ਾਨ ਸੀ ਮੁੰਡਾ ਉਹਨਾਂ ਦਾ ਜਿਹੜਾ ਉਹ ਜੇਲ੍ਹ ਵਿੱਚ ਆਇਆ ਕਹਿੰਦਾ ਪਰੇਸ਼ਾਨੀ ਮੈਂ ਆਪੂ ਦੌੜਨ ਲੱਗਿਆ ਸਾਂ ਅੱਗੇ ਪਿੱਛੇ ਰਾਬਤਾ ਕਰ ਰਿਹਾ ਸਾਂ ਕਿ ਕਿਸੇ ਤਰੀਕੇ ਨਾਲ ਜਿਹੜਾ ਨਾ ਉਹਨੂੰ ਜਿਹੜਾ ਉੱਥੋਂ ਕਢਾਵਾਂ ਲੇਕਿਨ ਕਹਿੰਦਾ ਦੂਸਰੇ ਦਿਨ ਪੁਲਿਸ ਨੇ ਸਾਨੂੰ ਕਾਲ ਕੀਤੀ ਹੈ ਕਿ ਤੁਸੀਂ ਜਿਹੜਾ ਥਾਣੇ ਆਵੋ ਕਹਿੰਦਾ ਜਿਸ ਵੇਲੇ ਮੈਂ ਥਾਣੇ ਗਿਆ ਤੇ ਅੱਗੂ ਜਿਹੜਾ ਕਹਿੰਦਾ ਮੇਰਾ ਸਹੁਰਾ ਥਾਣੇ ਗਿਆ ਉੱਥੇ ਜਿਸ ਵੇਲੇ ਥਾਣੇ ਪਹੁੰਚੇ ਆ ਤੇ ਕਹਿੰਦਾ ਉਹਨਾਂ ਆਖਿਆ ਲਿਆ ਕੇ ਉਹਨੂੰ ਸਾਹਮਣੇ ਬਿਠਾਇਆ ਉਹਨਾਂ ਆਖਿਆ ਜੀ ਇਹ ਮੁੰਡਾ ਤੁਹਾਡਾ ਬੈਠਿਆ ਹੁਣ ਇਹ ਸਾਰੀ ਗੱਲ ਦੱਸਦਾ ਉਹਨਾਂ ਆਖਿਆ ਹਾਂ ਜੀ ਦੱਸੋ ਉਹ ਆਂਦਾ ਜੀ ਜਿਸ ਟਾਈਮ ਬਾਜੀ ਉੱਥੇ ਸ਼ਾਦੀ ਤੇ ਗਈ ਸੀ ਬਾਜੀ ਨੇ ਮੈਨੂੰ ਆਪੂ ਫੋਨ ਕਰਕੇ ਉੱਥੇ ਬੁਲਾਇਆ ਸੀ ਉਹਨੇ ਆਖਿਆ ਤੂੰ ਰਾਤੀ ਇੱਥੇ ਆ ਜੀ ਮੈਂ ਤੈਨੂੰ ਸਾਰਾ ਜ਼ੇਵਰ ਸ਼ੇਵਰ ਦੇ ਦਿਆਂਗੀ ਤੇ ਤੂੰ ਘਰ ਲੈ ਜੀ ਕਹਿੰਦਾ ਮੈਂ ਫਿਰ ਇੱਥੇ ਆਇਆ ਸਾਂ ਤੇ ਮੈਨੂੰ ਬਾਜੀ ਨੇ ਜ਼ੇਵਰ ਦਿੱਤਾ ਸੀ ਤੇ ਮੈਂ ਆਪਣੇ ਘਰ ਲੈ ਗਿਆ ਸਾਂ ਕਹਿੰਦਾ ਉੱਥੋਂ ਜਾ ਕੇ ਹੁਣ ਜਿਹੜੀ ਸ਼ਾਦੀ ਸਾਡੀ ਭੈਣ ਦੀ ਹੈ ਉੱਥੇ ਜਿਹੜਾ ਪੈਸਾ ਇਸਤੇਮਾਲ ਹੋਇਆ ਕਹਿੰਦਾ ਮੈਂ ਤੱਕਣ ਲੱਗ ਪਿਆ ਪਰੇਸ਼ਾਨ ਹੋ ਗਿਆ ਕਹਿੰਦਾ ਅੱਗੂ ਜਿਸ ਮੁੰਡੇ ਤੇ ਇਲਜ਼ਾਮ ਲੱਗਿਆ ਸੀ ਉਹ ਰੋਣ ਲੱਗ ਪਿਆ ਜ਼ੋਰ ਜ਼ੋਰ ਦਾ ਉਹਨਾਂ ਆਖਿਆ ਤੁਸੀਂ ਮੈਨੂੰ ਖਾਨਦਾਨ 'ਚ ਬਦਨਾਮ ਕਰ ਦਿੱਤਾ ਮੇਰਾ ਬੜੀ ਵਾਰੀ ਦਿਲ ਕੀਤਾ ਕਿ ਤੁਹਾਡੇ ਸਾਰੇ ਖਾਨਦਾਨ ਨੂੰ ਮੈਂ ਕਤਲ ਕਰ ਦਿਆਂ ਲੇਕਿਨ ਮੈਂ ਹੌਸਲਾ ਰੱਖਿਆ ਮੈਨੂੰ ਅੱਬੂ ਨੇ ਸਮਝਾਇਆ ਕਿ ਪੁੱਤਰ ਐਸਾ ਨਹੀਂ ਕਰਨਾ ਅੱਲਾ ਇਨਸਾਫ ਕਰੇਗਾ ਹੁਣ ਜਿਸ ਵੇਲੇ ਤੁਸੀਂ ਸ਼ਾਦੀ ਕਰਨ ਲਿਓ ਨਾ ਤੇ ਸਾਨੂੰ ਪਤਾ ਲੱਗ ਗਿਆ ਸੀ ਕਿ ਕਿੱਥੇ ਇਹਨਾਂ ਜ਼ੇਵਰ ਵੇਚਿਆ ਤੇ ਕਿਸ ਤਰ੍ਹਾਂ ਸਾਰਾ ਕੰਮ ਹੋਇਆ ਕਹਿੰਦਾ ਉਹਨਾਂ ਸਾਰੀ ਗੱਲ ਪਤਾ ਕੀਤੀ ਸੀ ਕਹਿੰਦਾ ਜਿਸ ਵੇਲੇ ਮੈਂ ਜਨਾਨੀ ਨੂੰ ਪੁੱਛਿਆ ਤੇ ਉਹਦੇ ਤੇ ਹੋਸ਼ ਹੀ ਉੱਡ ਗਏ ਉਹਨੂੰ ਸਮਝ ਹੀ ਨਾ ਆਵੇ ਕਿ ਮੈਂ ਕਿਹੜੀ ਗੱਲ ਕਰਾਂ ਕਹਿੰਦਾ ਮੈਂ ਕਿਹਾ ਤੂੰ ਇਹ ਕਾਰਵਾਈ ਪਾਈ ਹੈ ਕਹਿੰਦਾ ਪਹਿਲਾਂ ਤੇ ਅੱਗੂ ਕੋਈ ਗੱਲ ਨਾ ਕਰੇ ਕਹਿੰਦਾ ਮੈਂ ਕਿਹਾ ਹੁਣ ਪੁਲਿਸ ਤੈਨੂੰ ਪਕੜ ਕੇ ਲੈ ਜਾਏਗੀ ਤਾਂ ਦੱਸੇਂਗੀ ਕਹਿੰਦਾ ਅੱਗੂ ਤਾਕੇ ਨਾ ਮੇਰੇ ਆਲੂ ਤੇ ਰੋਣ ਲੱਪੀ ਜ਼ੋਰ ਜ਼ੋਰ ਦੀ ਤੇ ਹੱਥ ਪੈਰ ਛੱਡ ਗਈ ਤੇ ਉੱਥੇ ਇੰਜ ਬਹਾਨੇ ਕਰਨ ਲੱਪੀ ਮੈਂ ਬੇਹੋਸ਼ ਹੋ ਗਈ ਹਾਂ ਕਹਿੰਦਾ ਅੰਮੀ ਵੱਖਰੇ ਰੋਣ ਲੱਗ ਪਏ ਅੰਮੀ ਨੇ ਆਖਿਆ ਨਾ ਸਾਡੇ ਆਲੂ ਬੇਹੋਸ਼ ਹੋ ਭਾਵੇਂ ਮਰ ਜੋ ਮਰਜ਼ੀ ਕਰ ਲੇਕਿਨ ਜਿਹੜੀਆਂ ਮੇਰੀਆਂ 4.5 ਤੋਲੇ ਦੀਆਂ ਚੂੜੀਆਂ ਸੀ ਉਹ ਵਾਪਸ ਕਰ ਤੇ ਨਾਲੇ ਜਿਹੜਾ ਮੇਰਾ 1.5 ਤੋਲੇ ਦਾ ਲਾਕੜ ਸੀ ਉਹ ਵਾਪਸ ਕਰ ਕਹਿੰਦਾ ਉਹਨਾਂ ਨੂੰ ਆਖਿਆ ਸਾਰਾ ਜ਼ੇਵਰ ਕਹਿੰਦਾ ਉਹਦੇ ਗਲੇ 'ਚੋਂ ਸਾਰਾ ਜਿਹੜਾ ਜ਼ੇਵਰ ਆਪਣੀ ਕੁੜੀ ਨੂੰ ਪਾਇਆ ਸੀ ਨੇ ਸਾਰਾ ਜ਼ੇਵਰ ਅਸਾਂ ਲਵਾਇਆ ਕਹਿੰਦਾ ਹੁਣ ਛੱਡ ਤਾਂ ਨਹੀਂ ਸੀ ਸਕਦੇ ਕਹਿੰਦਾ ਲਵਾਇਆ ਅੱਗੂ ਉਹਨਾਂ ਦੀ ਜ਼ਮੀਨ ਅਸਾਂ ਲਈ ਸੀ ਜ਼ਾਹਰੀ ਗੱਲ ਆ ਕਹਿੰਦਾ ਉਹਨਾਂ ਤੇ ਇਲਜ਼ਾਮ ਲੱਗੇ ਅਸੀਂ ਕਹਿੰਦਾ ਉਹਨਾਂ ਕੋਲੋਂ ਪੈਰੀ ਪੈ ਕੇ ਮਾਫੀ ਮੰਗੀ ਉਸ ਮੁੰਡੇ ਕੋਲੋਂ ਮਾਫੀ ਮੰਗੀ ਕਹਿੰਦਾ ਉਸ ਮੁੰਡੇ ਨੂੰ ਫਿਰ ਅਸਾਂ ਆਪਣੇ ਘਰੋਂ ਰਿਸ਼ਤਾ ਦਿੱਤਾ ਉਹਨੂੰ ਰਿਸ਼ਤਾ ਦਿੱਤਾ ਨਾਲ ਉਹਦੇ ਕੋਲੋਂ ਮਾਫੀ ਮੰਗੀ ਕਿ ਯਾਰ ਸਾਡੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ ਹੈ ਕਹਿੰਦਾ ਮੈਂ ਤੇ ਹੁਣ ਸਿਗਰਟ ਵੀ ਛੱਡ ਦਿੱਤੇ ਨੇ ਮੈਂ ਤੇ ਹੁਣ ਇਸ ਤਰ੍ਹਾਂ ਦਾ ਬੰਦਾ ਹੀ ਨਹੀਂ ਹੈ ਕਹਿੰਦਾ ਪਰ ਜਨਾਨੀ ਨੂੰ ਮੈਨੂੰ ਵੀ ਮਾਫ ਕਰਨਾ ਪਿਆ ਜ਼ਾਹਰੀ ਗੱਲ ਹੈ ਕਹਿੰਦਾ ਮੇਰੇ ਵੀ ਬੱਚੇ ਸੀ ਲੇਕਿਨ ਮੈਨੂੰ ਨਹੀਂ ਸਮਝ ਆਉਂਦੀ ਕਿ ਐਡੀ ਗੰਦੀ ਹਰਕਤ ਉਹਨੇ ਕਿਉਂ ਕੀਤੀ ਅਗਰ ਉਹਨੇ ਜ਼ੇਵਰ ਭੈਣ ਨੂੰ ਪਾਣਾ ਸੀ ਜਾਂ ਕੋਈ ਘਰਦਿਆਂ ਦੀ ਮਦਦ ਕਰਨੀ ਮੈਨੂੰ ਦੱਸਦੀ ਤੇ ਮੈਂ ਅਕਸਰ ਮਦਦ ਕਰਦੇ ਹਾਂ ਲੇਕਿਨ ਉਹਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਬਾਕੀ ਇਹ ਕਿ ਮੇਰੀ ਵੀਡੀਓ ਅੱਛੀ ਲੱਗੇ ਤੇ ਕੋਸ਼ਿਸ਼ ਕਰਿਆ ਕਰੋ ਲਾਈਕ ਤੇ ਕਮੈਂਟਸ ਕਰਿਆ ਕਰੋ ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼